ਪੰਜਾਬ ਦੇ ਨਗਰ ਕੁਰਾਲੀ ਜਾਂ ਨਿਊ ਚੰਡੀਗੜ੍ਹ ਵਾਲੇ ਪਾਸਿਓਂ ਹਿਮਾਚਲ ਦੇ ਨਗਰ ਬੱਦੀ ਵੱਲ ਜਾਈਏ ਤਾਂ ਸੀਸਵਾਂ ਡੈਮ ਤੋਂ ਕੁਝ ਪਹਿਲਾਂ ਹੀ ਖੱਬੇ ਹੱਥ ਕੁਦਰਤ ਦੀ ਗੋਦ ਵਿੱਚ ਇਹ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ, ਜੋ ਇੱਕ ਮਹਾਨ ਸ਼ਹੀਦ ਪੰਜਾਬੀ ਸਾਹਿਤਕਾਰ, ਚਿੰਤਕ, ਸਮਾਜ ਸੁਧਾਰਕ ਅਤੇ ਸੁਤੰਤਰਤਾ ਸੰਗਰਾਮੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਯਾਦ ਨੂੰ ਸਮਰਪਿਤ ਹੈ। ਇਹ ਕਿਸੇ ਸਰਕਾਰ ਦਾ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਦਾ ਹੀ ਇੱਕ ਯਤਨ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਮਹਾਨ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਤੋਂ ਜਾਣਕਾਰੀ ਦੇਣ ਬਾਰੇ। ਵੈਸੇ ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2013 ਵਿੱਚ ਕੀਤਾ ਸੀ। ਇਸ ਦੇ ਦਾਖਲੇ ਵਿੱਚ ਕੋਈ ਟਿਕਟ ਨਹੀਂ, ਪਰ ਅਫਸੋਸ ਹੈ ਕਿ ਪੰਜਾਬ ਦੇ ਬਹੁਤੇ ਲੋਕਾਂ ਨੂੰ ਇਸ ਥਾਂ ਬਾਰੇ ਪਤਾ ਹੀ ਨਹੀਂ। ਡਾਕਟਰ ਸਾਹਿਬ ਦੀ ਦੇਣ ਤੋਂ ਵਾਕਫ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਉਹ ਇਸ ਯਾਦਗਾਰ ਦੀ ਇੱਥੇ ਆਸ ਵੀ ਨਹੀਂ ਕਰਦੇ, ਕਿਉਂਕਿ ਉਹ ਇਸ ਖਿੱਤੇ ਵਿੱਚ ਕਦੇ ਵਿਚਰੇ ਹੀ ਨਹੀਂ ਸਨ। ਹਰੇ ਭਰੇ ਲਾਂਝ 'ਚੋਂ ਇਮਾਰਤ ਵੱਲ ਵੱਧਦਿਆਂ ਖੱਬੇ ਹੱਥ ਡਾਕਟਰ ਸਾਹਿਬ ਦੇ ਆਦਮਕਦ ਬੁੱਤ ਦੇ ਦਰਸ਼ਨ ਹੁੰਦੇ ਹਨ। ਇਹ ਸਾਹਮਣੇ ਹੈ ਇਸ ਯਾਦਗਾਰ ਦੀ ਮੁੱਖ ਇਮਾਰਤ। ਫਿਰ ਪੌੜੀਆਂ ਚੜ੍ਹ ਕੇ ਸ਼ਾਨਦਾਰ ਇਮਾਰਤ ਵਿੱਚ ਦਾਖਲ ਹੁੰਦੇ ਹਾਂ। ਇਹ ਖੱਬੇ ਹੱਥ ਮਿਊਜ਼ੀਅਮ ਦਾ ਮੁੱਖ ਦਰਵਾਜ਼ਾ ਹੈ ਅਤੇ ਸੱਜੇ ਹੱਥ ਲਾਇਬ੍ਰੇਰੀ। ਦੋਵਾਂ ਦੇ ਵਿਚਕਾਰ ਇਹ ਥਾਂ 'ਤੇ 47 ਫੁੱਟ ਉੱਚੀ ਖੜੀ ਇਹ ਮੀਨਾਰ ਦਿਖਾਈ ਦਿੰਦੀ ਹੈ, ਜੋ ਡਾਕਟਰ ਸਾਹਿਬ ਦੀ ਉਮਰ ਵੱਲ ਇਸ਼ਾਰਾ ਕਰਦੀ ਹੈ। ਆਓ ਇਸ ਨੂੰ ਦੇਖਣ ਤੋਂ ਬਾਅਦ ਆਪਾਂ ਦਾਖਲ ਹੁੰਦੇ ਹਾਂ ਮਿਊਜ਼ੀਅਮ ਵਿੱਚ। ਇਸ ਮਿਊਜ਼ੀਅਮ ਦੇ ਵੱਖ-ਵੱਖ ਭਾਗ ਇਸ ਮਹਾਨ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ 'ਤੇ ਰੌਸ਼ਨੀ ਪਾਉਂਦੇ ਹਨ। ਤੁਸੀਂ ਇਹਨਾਂ ਤਸਵੀਰਾਂ ਰਾਹੀਂ ਉਹਨਾਂ ਦੀ ਜੀਵਨ ਯਾਤਰਾ ਦੀ ਝਲਕ ਪ੍ਰਾਪਤ ਕਰੋ। ਅਸੀਂ ਸ਼ਬਦਾਂ ਰਾਹੀਂ ਉਹਨਾਂ ਦੀ ਜੀਵਨ ਯਾਤਰਾ ਬਿਆਨ ਕਰਦੇ ਹਾਂ। ਡਾਕਟਰ ਦੀਵਾਨ ਸਿੰਘ ਦਾ ਜਨਮ 22 ਮਈ 1897 ਨੂੰ ਮੌਜੂਦਾ ਪਾਕਿਸਤਾਨ ਵਿੱਚ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਗਲੋਟੀਆਂ ਖੁਰਦ ਵਿੱਚ ਸਰਦਾਰ ਸੁੰਦਰ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ। ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਦੀ ਮੌਤ ਹੋ ਗਈ ਅਤੇ ਦੀਵਾਨ ਸਿੰਘ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਹਨਾਂ ਦੀ ਦਾਦੀ ਅਤੇ ਪਿਤਾ ਦੇ ਛੋਟੇ ਭਰਾ ਸੋਹਣ ਸਿੰਘ 'ਤੇ ਪੈ ਗਈ ਸੀ। ਜਦੋਂ ਉਹ ਮਿਸ਼ਨ ਸਕੂਲ ਵਿੱਚ ਪੜ੍ਹਦੇ ਸਨ ਤਾਂ ਅਧਿਆਪਕ ਉਹਨਾਂ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ। ਅੰਗਰੇਜ਼ੀ ਉਹਨਾਂ ਨੇ ਬਹੁਤ ਜਲਦੀ ਸਿੱਖ ਲਈ ਸੀ। ਸਕੂਲ ਜਾਣ ਲਈ ਇੱਕ ਨਹਿਰ ਪਾਰ ਕਰਨੀ ਪੈਂਦੀ ਸੀ, ਇਸ ਲਈ ਉਹਨਾਂ ਨੂੰ ਤੈਰਨਾ ਵੀ ਆ ਗਿਆ ਸੀ। 8ਵੀਂ ਤੋਂ ਬਾਅਦ ਖਾਲਸਾ ਹਾਈ ਸਕੂਲ ਸਿਆਲਕੋਟ ਵਿੱਚ ਦਾਖਲ ਹੋਏ, ਕਿਉਂਕਿ ਉੱਥੇ ਵਜ਼ੀਫਾ ਮਿਲਿਆ ਅਤੇ ਫੀਸ ਵੀ ਮੁਆਫ ਕੀਤੀ ਗਈ ਸੀ। 10ਵੀਂ ਉੱਥੋਂ ਪਾਸ ਕੀਤੀ। ਸਿਆਲਕੋਟ ਵਿੱਚ ਉਹ ਰੋਜ਼ ਗੁਰਦੁਆਰੇ ਜਾਂਦੇ ਸਨ, ਗੁਰਬਾਣੀ ਸੁਣਦੇ ਸਨ, ਕੀਰਤਨ ਕਰਦੇ ਅਤੇ ਪਾਠ ਕਰਨਾ ਉਹਨਾਂ ਨੇ ਉੱਥੋਂ ਹੀ ਸਿੱਖਿਆ ਸੀ। ਉਹਨਾਂ ਨੇ ਆਰਟ ਅਤੇ ਲਿਟਰੇਚਰ ਦੀ ਪੜ੍ਹਾਈ ਦੀ ਥਾਂ ਦੇ ਉੱਤੇ ਮੈਡੀਕਲ ਦੀ ਪੜ੍ਹਾਈ ਨੂੰ ਪ੍ਰਮੁੱਖਤਾ ਦਿੱਤੀ। ਆਗਰਾ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਦਾ ਨਿਰਣਾ ਲਿਆ। ਦਾਖਲਾ ਸੌਖਾ ਹੀ ਮਿਲ ਗਿਆ, ਕਿਉਂਕਿ ਇੰਟਰਵਿਊ ਸਮੇਂ ਕਾਲਜ ਦਾ ਪ੍ਰਿੰਸੀਪਲ ਵੀ ਉਹਨਾਂ ਤੋਂ ਪ੍ਰਭਾਵਿਤ ਸੀ। 1919 ਵਿੱਚ ਦੀਵਾਨ ਸਿੰਘ ਫੌਜ ਵਿੱਚ ਭਰਤੀ ਹੋ ਗਏ। ਉਹਨਾਂ ਨੂੰ ਰਾਵਲਪਿੰਡੀ ਛਾਉਣੀ ਵਿੱਚ ਭੇਜਿਆ ਗਿਆ। ਉਹ ਬੜੀ ਲਗਨ ਅਤੇ ਉਤਸ਼ਾਹ ਨਾਲ ਕੰਮ ਕਰਨ ਲੱਗੇ। ਜ਼ਖਮੀਆਂ ਅਤੇ ਬਿਮਾਰ ਸਿਪਾਹੀਆਂ ਨਾਲ ਗੱਲਬਾਤ ਕਰਦੇ, ਉਹਨਾਂ ਦੀਆਂ ਚਿੱਠੀਆਂ ਲਿਖ ਦਿੰਦੇ, ਉਹਨਾਂ ਨੂੰ ਦਿਲਾਸੇ ਦਿੰਦੇ। ਉਹ ਦੂਜੇ ਫੌਜੀ ਡਾਕਟਰਾਂ ਤੋਂ ਬਿਲਕੁਲ ਵੱਖਰੇ ਸਨ। ਦਸੰਬਰ 1920 ਵਿੱਚ ਉਹਨਾਂ ਦੀ ਬਦਲੀ ਲਾਹੌਰ ਹੋ ਗਈ, ਜੋ ਇੱਕ ਅਮੀਰ ਸੱਭਿਆਚਾਰਕ ਵਿਰਸੇ ਵਾਲਾ ਰਾਜਨੀਤਿਕ ਤੌਰ 'ਤੇ ਕਿਰਿਆਸ਼ੀਲ ਸ਼ਹਿਰ ਸੀ। ਇੱਥੇ ਹੀ ਉਹਨਾਂ ਦੇ ਸਾਹਿਤਕ ਅਤੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਹੋਈ। ਗਾਂਧੀ ਜੀ ਦੀ ਵਿਚਾਰਧਾਰਾ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ। ਰਾਜਨੀਤਿਕ ਅੰਦੋਲਨਾਂ ਵਿੱਚ ਉਹਨਾਂ ਦੀ ਦਿਲਚਸਪੀ ਹੋ ਗਈ। ਸਾਹਿਤਕ ਰੁਚੀ ਹੋਣ ਕਰਕੇ ਉਹ ਕਵੀ ਦਰਬਾਰਾਂ ਵਿੱਚ ਜਾਂਦੇ ਅਤੇ ਧਨੀ ਰਾਮ ਚਾਤਰਿਕ, ਮੌਲਾ ਬਖਸ਼ ਕੁਸ਼ਤਾ, ਗਿਆਨੀ ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ, ਸ਼ਾਮ ਲਾਲ ਆਜ਼ਦ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਮਿਲੇ। ਅਕਤੂਬਰ 1921 ਵਿੱਚ ਉਹਨਾਂ ਦੀ ਬਦਲੀ ਡਗਸ਼ਈ ਹੋ ਗਈ। ਇਹ ਛਾਉਣੀ ਗੋਰਖਾ ਰੈਜੀਮੈਂਟ ਸ਼ਿਮਲਾ ਦਾ ਸਿਖਲਾਈ ਕੇਂਦਰ ਸੀ। ਇਹ ਸ਼ਾਂਤਮਈ ਸਥਾਨ ਰਾਵਲਪਿੰਡੀ ਅਤੇ ਲਾਹੌਰ ਪਿੱਛੋਂ ਉਹਨਾਂ ਨੂੰ ਬਹੁਤ ਚੰਗਾ ਲੱਗਾ। ਸਰਕਾਰੀ ਡਿਊਟੀ ਤੋਂ ਬਾਅਦ ਉਹ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ। ਦੇਸ਼ ਵਿੱਚ ਫੈਲੀ ਰਾਜਨੀਤਿਕ ਉਥਲ-ਪੁਥਲ ਦੀਆਂ ਖਬਰਾਂ ਡਗਸ਼ਈ ਵੀ ਪੁੱਜ ਗਈਆਂ ਅਤੇ ਲੋਕਾਂ ਨੇ ਅੰਗਰੇਜ਼ ਸਰਕਾਰ ਦੇ ਵਿਰੁੱਧ ਰੋਸ ਇਕੱਤਰਤਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹੋ ਜਿਹੇ ਇੱਕ ਇਕੱਠ ਵਿੱਚ ਕਾਂਗਰਸ ਵੱਲੋਂ ਜੋਸ਼ੀਲੀਆਂ ਤਕਰੀਰਾਂ ਹੋ ਰਹੀਆਂ ਸਨ। ਦੀਵਾਨ ਸਿੰਘ ਜਾਣਦੇ ਸਨ ਕਿ ਫੌਜ ਦਾ ਕਾਨੂੰਨ ਇਹੋ ਜਿਹੇ ਇਕੱਠਾਂ ਵਿੱਚ ਬੋਲਣ ਜਾਂ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਉਹ ਸਟੇਜ 'ਤੇ ਚਲੇ ਗਏ ਅਤੇ ਤਕਰੀਰ ਦੇਣ ਲੱਗੇ, ਜਿਸ ਦਾ ਭਾਵ ਸੀ ਗਰੀਬੀ ਹਟਾਉਣ ਲਈ, ਲੋਕਾਂ ਦੀ ਤਸੱਲੀ ਲਈ ਅਤੇ ਦੇਸ਼ ਦੀ ਤਰੱਕੀ ਲਈ ਸਵਰਾਜ ਲੈਣਾ ਜ਼ਰੂਰੀ ਹੈ। ਉਹਨਾਂ ਨੂੰ ਜਿਵੇਂ ਭੁੱਲ ਹੀ ਗਿਆ ਕਿ ਉਹ ਫੌਜ ਦਾ ਅਨੁਸ਼ਾਸਨ ਭੰਗ ਕਰ ਰਹੇ ਹਨ। ਇਸ ਖੁੱਲ੍ਹੀ ਬਗਾਵਤ ਦੀ ਖਬਰ ਲਾਹੌਰ ਦੇ ਸਦਰ ਮੁਕਾਮ 'ਤੇ ਪੁੱਜੀ ਅਤੇ ਉਹਨਾਂ 'ਤੇ ਕਾਰਵਾਈ ਹੋਈ, ਪਰ ਕਿਸੇ ਨੇ ਉਹਨਾਂ ਦੇ ਵਿਰੁੱਧ ਗਵਾਹੀ ਨਾ ਦਿੱਤੀ। ਉਹਨਾਂ ਨੂੰ ਛੱਡ ਦਿੱਤਾ ਗਿਆ। ਡਗਸ਼ਈ ਦੇ ਲੋਕਾਂ ਨੇ ਖੁਸ਼ੀ ਮਨਾਈ। ਫੌਜ ਨਿਰੰਤਰ ਗਤੀਸ਼ੀਲ ਰਹਿੰਦੀ ਹੈ। ਅਕਤੂਬਰ 1924 ਵਿੱਚ ਉਹਨਾਂ ਦੀ ਰੈਜੀਮੈਂਟ ਨੂੰ ਰੰਗੂਨ ਜਾਣ ਦਾ ਹੁਕਮ ਹੋ ਗਿਆ। ਦੀਵਾਨ ਸਿੰਘ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ ਰੰਗੂਨ ਚਲੇ ਗਏ ਅਤੇ ਰੰਗੂਨ ਛਾਉਣੀ ਵਿੱਚ ਰਹਿਣ ਲੱਗੇ। ਉਹਨਾਂ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ
ਕਲਕੱਤੇ ਤੋਂ ਛਪਦੇ ਇੱਕ ਰਸਾਲੇ ਕਵੀ ਵਿੱਚ ਛਪੀ ਉਹਨਾਂ ਦੀ ਇੱਕ ਪਹਿਲੀ ਕਵਿਤਾ ਨਾਲ ਹੁੰਦੀ ਹੈ। ਦੂਜੇ ਪਾਸੇ ਉਹਨਾਂ ਨੇ ਗੁਰਦੁਆਰੇ ਵਿੱਚ ਪੰਜਾਬੀ ਸਕੂਲ ਸ਼ੁਰੂ ਕੀਤਾ, ਜਿੱਥੇ ਬੱਚਿਆਂ ਦੀ ਗਿਣਤੀ 200 ਦੇ ਕਰੀਬ ਹੋ ਗਈ। 27 ਸਾਲਾਂ ਦੇ ਦੀਵਾਨ ਸਿੰਘ ਇੱਕ ਗਤੀਸ਼ੀਲ ਵਿਅਕਤੀ ਸਨ। ਉਹਨਾਂ ਦੇ ਅੰਦਰ ਇੱਕ ਤੂਫਾਨ ਜਿਹਾ ਸੀ। ਉਹਨਾਂ ਨੇ ਉੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੰਗਾਰਿਆ ਅਤੇ ਰੂਹਾਨੀ ਜਾਗਰਤੀ ਦੀ ਨਵੀਂ ਲਹਿਰ ਰੰਗੂਨ, ਮਾਂਡਲੇ ਅਤੇ ਮੌਲਮੀਨ ਵਿੱਚ ਚਲਾ ਦਿੱਤੀ। ਉਹਨਾਂ ਦੇ ਵਿਚਾਰ ਸੁਧਾਰਕ ਅਤੇ ਕ੍ਰਾਂਤੀਕਾਰੀ ਸਨ। ਇੱਕ ਫੌਜੀ ਡਾਕਟਰ ਤੋਂ ਇਸ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਨਵੰਬਰ 1926 ਵਿੱਚ ਦੀਵਾਨ ਸਿੰਘ SS ਮਹਾਰਾਜਾ ਸਮੁੰਦਰੀ ਜਹਾਜ਼ 'ਤੇ ਅੰਡੇਮਾਨ ਪੁੱਜੇ। ਡੰਡਸ ਪੁਆਇੰਟ ਦੇ ਨਾਮ ਦੇ ਸਥਾਨ ਦੀ ਸਿਵਲ ਡਿਸਪੈਂਸਰੀ ਵਿੱਚ ਉਹਨਾਂ ਨੂੰ ਸਿਵਲ ਡਾਕਟਰ ਦੀ ਪਦਵੀ 'ਤੇ ਲਾ ਦਿੱਤਾ ਗਿਆ। ਡੰਡਸ ਪੁਆਇੰਟ ਪੁੱਜਣ ਲਈ ਵੈਪਰ ਟਾਪੂ ਵੱਲ ਜਾਂਦੀ ਬੇੜੀ 'ਤੇ ਸਵਾਰ ਹੋਣਾ ਪੈਂਦਾ ਸੀ। ਹਰੇ ਨੀਲੇ ਚਮਕਦੇ ਪਾਣੀ, ਤੰਗ ਖਾੜੀਆਂ ਅਤੇ ਸ਼ਾਨਦਾਰ ਉੱਚੇ ਰੁੱਖਾਂ ਵਾਲੀ ਇਹ ਸੁੰਦਰ ਜਗ੍ਹਾ ਮਨ ਨੂੰ ਮੋਹ ਲੈਂਦੀ। ਵੱਖੋ ਵੱਖਰੇ ਸੱਭਿਆਚਾਰਾਂ ਵਾਲੇ ਭਾਰਤ, ਬਰਮਾ ਅਤੇ ਸ਼੍ਰੀਲੰਕਾ ਤੋਂ ਆਏ ਮੁਜ਼ਰਮਾਂ ਦੀ ਇਹ ਆਬਾਦੀ ਸੀ। ਇਸ ਸਥਾਨ 'ਤੇ ਘਣੇ ਜੰਗਲ ਸਨ, ਜਿੱਥੇ ਜਾਰਵਾ ਅਤੇ ਉਂਗੀ ਆਦੀਵਾਸੀ ਵੱਸਦੇ ਸਨ। ਇਹ ਟਾਪੂ ਮਲੇਰੀਆ, ਬੇਰੀ ਅਤੇ ਕਈ ਹੋਰ ਬਿਮਾਰੀਆਂ ਨਾਲ ਗ੍ਰਸਤ ਸੀ। ਦੀਵਾਨ ਸਿੰਘ ਕਈ ਵਾਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਇਹਨਾਂ ਬਸਤੀਆਂ ਵਿੱਚ ਜਾਂਦੇ ਅਤੇ ਲੋਕਾਂ ਦੇ ਇਲਾਜ ਕਰਦੇ, ਕਿਉਂਕਿ ਇੱਥੋਂ ਦੇ ਲੋਕਾਂ ਦੇ ਮਨ ਵਿੱਚ ਡਰ ਵਸਿਆ ਹੋਇਆ ਸੀ। ਪਰ ਕੁਝ ਸਮੇਂ ਵਿੱਚ ਹੀ ਦੀਵਾਨ ਸਿੰਘ ਨੇ ਇਹਨਾਂ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਅਤੇ ਇਹ ਲੋਕ ਉਹਨਾਂ ਦੀ ਡਿਸਪੈਂਸਰੀ 'ਤੇ ਆਉਣ ਲੱਗੇ। 23 ਮਾਰਚ 1942 ਨੂੰ ਜਾਪਾਨ ਨੇ ਅੰਡੇਮਾਨ ਟਾਪੂਆਂ 'ਤੇ ਕਬਜ਼ਾ ਕਰ ਲਿਆ। ਜਾਪਾਨੀਆਂ ਨਾਲ ਸੰਪਰਕ ਕਰਨ ਲਈ ਭਾਰਤੀਆਂ ਨੇ ਡਾਕਟਰ ਦੀਵਾਨ ਸਿੰਘ ਨੂੰ ਆਪਣਾ ਨੁਮਾਇੰਦਾ ਚੁਣਿਆ। ਜਾਪਾਨੀ ਦਾਅਵਾ ਕਰਦੇ ਸਨ ਕਿ ਉਹ ਏਸ਼ੀਆਈ ਲੋਕਾਂ ਨੂੰ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਤੋਂ ਨਿਜਾਤ ਦਿਵਾ ਰਹੇ ਨੇ। 3 ਦਿਨ ਪਿੱਛੋਂ ਦੀਵਾਨ ਸਿੰਘ ਨੇ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਪੈਰਾਂ 'ਤੇ ਖਲੋਣ ਲਈ ਕਿਹਾ। ਉਹਨਾਂ ਆਖਿਆ ਕਿ ਆਪਣੀ ਆਜ਼ਾਦੀ ਲਈ ਸੰਘਰਸ਼ ਆਪ ਹੀ ਕਰਨਾ ਪੈਂਦਾ ਹੈ। ਦੀਵਾਨ ਸਿੰਘ ਨੂੰ ਚੀਫ ਮੈਡੀਕਲ ਅਫਸਰ ਨਿਯੁਕਤ ਕੀਤਾ ਗਿਆ ਅਤੇ ਅਮਨ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਹਨਾਂ ਨੇ ਅੰਡੇਮਾਨ ਵਿੱਚ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਸਥਾਪਨਾ ਕੀਤੀ, ਆਜ਼ਾਦ ਹਿੰਦ ਫੌਜ ਸ਼ੁਰੂ ਕੀਤੀ ਅਤੇ ਪਿੱਛੋਂ ਜਾ ਕੇ ਸੇਵਾ ਸਮਿਤੀ ਬਣਾਈ, ਜੋ ਲੋਕਾਂ ਦੀ ਸੇਵਾ ਵਿੱਚ ਜੁਟ ਗਈ ਸੀ। ਜਾਪਾਨੀ ਲੋਕਾਂ 'ਤੇ ਜ਼ੁਲਮ ਕਰਦੇ ਸਨ ਅਤੇ ਡਾਕਟਰ ਦੀਵਾਨ ਸਿੰਘ ਉਹਨਾਂ ਦੇ ਵਿਰੁੱਧ ਰੋਸ ਪ੍ਰਗਟਾਉਂਦੇ ਸਨ। ਬ੍ਰਿਟਿਸ਼ ਫੌਜ ਵੱਲੋਂ ਬੰਬਾਰੀ ਕਾਰਨ ਖੁਰਾਕ ਅਤੇ ਦਵਾਈਆਂ ਦੀ ਘਾਟ ਹੋ ਗਈ ਸੀ। ਦੀਵਾਨ ਸਿੰਘ ਹਸਪਤਾਲ ਦੀਆਂ ਦਵਾਈਆਂ ਲੋਕਾਂ ਲਈ ਵਰਤਣਾ ਚਾਹੁੰਦੇ ਸਨ। ਜਾਪਾਨੀਆਂ ਨੂੰ ਇਹ ਮਨਜ਼ੂਰ ਨਹੀਂ ਸੀ। ਬ੍ਰਿਟਿਸ਼ ਬੰਬਾਰੀ ਲਗਾਤਾਰ ਹੋ ਰਹੀ ਸੀ। ਜ਼ਾਹਰ ਸੀ ਕਿ ਦੀਪਾਂ ਵਿੱਚ ਜਸੂਸੀ ਹੋ ਰਹੀ ਸੀ। ਬੇਕਸੂਰ ਲੋਕ ਜਸੂਸੀ ਦੇ ਇਲਜ਼ਾਮ ਵਿੱਚ ਫੜੇ ਜਾਂਦੇ ਅਤੇ ਮੌਤ ਦੇ ਘਾਟ ਉਤਾਰੇ ਜਾਂਦੇ। ਕੁਝ ਹਿੰਦੁਸਤਾਨੀ ਡਾਕਟਰ ਦੀਵਾਨ ਸਿੰਘ ਨੂੰ ਮਿਲੀ ਮਹੱਤਤਾ ਤੋਂ ਸੜਦੇ ਸਨ। ਉਹਨਾਂ ਨੇ ਜਾਪਾਨੀਆਂ ਦੇ ਕੰਨ ਭਰੇ ਕਿ ਇਹ ਅੰਗਰੇਜ਼ਾਂ ਦੇ ਜਸੂਸ ਨੇ। ਉੱਧਰ ਦੀਵਾਨ ਸਿੰਘ ਲੋਕਾਂ ਦੀ ਹਿੱਤਾਂ ਦੀ ਰਾਖੀ ਕਰਦੇ ਹੋਏ ਲਗਾਤਾਰ ਜਾਪਾਨੀਆਂ ਦੇ ਗਲਤ ਆਦੇਸ਼ ਮੰਨਣ ਤੋਂ ਨਾਂਹ ਕਰਦੇ ਰਹੇ। 23 ਅਕਤੂਬਰ 1943 ਨੂੰ ਉਹਨਾਂ ਨੂੰ ਕੈਦ ਕਰ ਲਿਆ ਗਿਆ। ਉਹਨਾਂ ਨੂੰ 3 ਮਹੀਨੇ ਅਮਾਨਵੀ ਤਸੀਹੇ ਦਿੱਤੇ ਗਏ ਕਿ ਉਹ ਅੰਗਰੇਜ਼ਾਂ ਦੀ ਜਸੂਸੀ ਦਾ ਇਲਜ਼ਾਮ ਕਬੂਲ ਕਰਨ, ਪਰ ਉਹਨਾਂ ਨੇ ਝੂਠਾ ਇਲਜ਼ਾਮ ਮੰਨਣ ਤੋਂ ਨਾਂਹ ਕਰ ਦਿੱਤੀ। 83 ਦਿਨਾਂ ਦੇ ਲਗਾਤਾਰ ਤਸੀਹੇ ਸਹਾਰਦਿਆਂ ਉਹਨਾਂ ਨੇ 14 ਜਨਵਰੀ 1944 ਨੂੰ ਸ਼ਹਾਦਤ ਪ੍ਰਾਪਤ ਕੀਤੀ ਅਤੇ ਸੱਚਾਈ 'ਤੇ ਪਹਿਰਾ ਦਿੱਤਾ। ਇਹ ਮਿਊਜ਼ੀਅਮ ਉਹਨਾਂ ਦੇ ਜੀਵਨ ਦੀ ਪੂਰੀ ਕਹਾਣੀ ਕਹਿੰਦਾ ਹੈ। ਨਾਲ ਇਹ ਵੀ ਜਾਣਕਾਰੀ ਦਿੰਦਾ ਹੈ ਕਿ ਉਸ ਸਮੇਂ ਦੇਸ਼ ਵਿੱਚ ਕੀ ਹੋ ਰਿਹਾ ਸੀ ਅਤੇ ਦੁਨੀਆ ਵਿੱਚ ਕੀ ਵਾਪਰ ਰਿਹਾ ਸੀ। ਡਾਕਟਰ ਦੀਵਾਨ ਸਿੰਘ ਦੀ ਯਾਦ ਵਿੱਚ ਅੰਡੇਮਾਨ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਸ਼ੋਭਿਤ ਹੈ। ਉਹਨਾਂ 'ਤੇ ਹੋਏ ਜ਼ੁਲਮਾਂ ਦੀ ਇਬਾਰਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਲਿਖੀ ਹੋਈ ਹੈ। ਮਿਊਜ਼ੀਅਮ ਵਿੱਚ ਬਣੀ ਇੱਕ ਛੋਟੀ ਜਿਹੀ ਬੈਰਕ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਸੈੱਲ ਵਿੱਚ ਰੱਖਿਆ ਗਿਆ ਸੀ। ਉਸ ਸੈੱਲ ਵਿੱਚ ਉਹਨਾਂ ਦੇ ਸਾਥੀਆਂ ਦੇ ਨਾਵਾਂ ਦੀ ਸੂਚੀ ਵੀ ਪ੍ਰਦਰਸ਼ਿਤ ਹੈ, ਜਿਨ੍ਹਾਂ ਨੂੰ ਉਹਨਾਂ ਦੇ ਨਾਲ ਹੀ ਝੂਠੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਸੀਹੇ ਦਿੱਤੇ ਗਏ ਸਨ। ਬਤੌਰ ਕਵੀ ਉਹਨਾਂ ਦੀਆਂ 2 ਪੁਸਤਕਾਂ ਪੰਜਾਬੀ ਸਾਹਿਤ ਜਗਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੀਆਂ ਇਸ ਨੂੰ ਅਮੀਰ ਕਰਦੀਆਂ ਹਨ। ਲਾਇਬ੍ਰੇਰੀ ਵਿੱਚ ਉਹਨਾਂ ਨਾਲ ਸੰਬੰਧਿਤ ਕਈ ਅਹਿਮ ਦਸਤਾਵੇਜ਼ ਵੀ ਦੇਖੇ ਜਾ ਸਕਦੇ ਹਨ। ਹਰ ਦੇਸ਼ਵਾਸੀ ਦਾ ਫਰਜ਼ ਹੈ ਕਿ ਉਹ ਇਸ ਥਾਂ 'ਤੇ ਜਾ ਕੇ ਆਪਣੀ ਹਾਜ਼ਰੀ ਲਗਵਾਏ ਅਤੇ ਉਹਨਾਂ ਦੀ ਕੁਰਬਾਨੀ ਨੂੰ ਸਿਰ ਝੁਕਾਏ। शहीदों की चिताओं पर लगेंगे हर बरस मेले, वतन पर मिटने वालों का बाकी यही निशान होगा।